ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ ਉਨੀ ਕੁ ਵਿਚਾਰ ਕੀਤੀ ਜਾਂਦੀ ਹੈ। ਅੱਜ ਦਾ ਜੋ ਫਰਮਾਨ ਹੈ ਜਿਸ ਦੀ ਵਿਚਾਰ ਆਪਾਂ ਕਰਾਂਗੇ, ਪਾਤਸ਼ਾਹ ਆਖਦੇ ਹਨ, ਆਖਣ ਜੋਰ ਚੁੱਪੇ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਜੋਰ ਦਾ ਭਾਵ ਹੁੰਦਾ ਸ਼ਕਤੀ, ਪ੍ਰਚਾਰ, ਇਹ ਸਭ ਕਰਦੇ ਹਨ। ਸਭ ਮਤਾਂ ਵਾਲੇ ਹੀ ਇਹ ਗੱਲ ਆਖਦੇ ਹਨ ਕਿ ਭਗਤੀ ਦੇ ਨਾਲ ਸ਼ਕਤੀ ਮਿਲਦੀ ਹੈ। ਇਹ ਗੱਲ ਠੀਕ ਹੈ ਕਿ ਭਗਤੀ ਦੇ ਅੰਦਰ ਸ਼ਕਤੀ ਹੈ, ਪਰ ਇਸ ਤਰ੍ਹਾਂ ਦੀ ਨਹੀਂ ਜੋ ਅੱਜ ਸਾਡੇ ਮਤ ਦੇ ਅੰਦਰ ਪ੍ਰਚਾਰ ਹੋ ਰਿਹਾ ਹੈ ਕਿ ਜੀ ਸਰੀਰ ਵਿੱਚ ਜੋਸ਼ ਆ ਜਾਂਦਾ ਹੈ, ਸਰੀਰ ਵਿੱਚ ਬੜੀ ਤਾਕਤ ਆ ਜਾਂਦੀ ਹੈ। ਸੋ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੈ। ਜਿਵੇਂ ਆਮ ਇੱਕ ਗੱਲ ਪ੍ਰਚਲਿਤ ਹੋ ਗਈ ਕਿ ਜਿਵੇਂ ਬਾਬਾ ਦੀਪ ਸਿੰਘ ਜੀ ਸਨ, ਉਹਨਾਂ ਦੀ 70-80 ਸਾਲ ਦੀ ਉਮਰ ਸੀ। ਇਤਿਹਾਸ ਦੇ ਵਿੱਚ ਲਿਖਤ ਹੈ ਕਿ ਉਹਨਾਂ ਨੇ ਖੰਡਾ ਚਲਾਇਆ। ਇਹ ਭਗਤੀ ਦੀ ਸ਼ਕਤੀ ਹੈ। ਸੋ ਇਸ ਤਰ੍ਹਾਂ ਨਹੀਂ, ਭਗਤੀ ਸ਼ਕਤੀ, ਇਸ ਗੱਲ ਤੇ ਤਾਂ ਫਿਰ ਸਵਾਲ ਉੱਠ ਖੜੇਗਾ, ਪਰ ਸੱਚ ਉੱਪਰ ਸਵਾਲ ਉੱਠਦਾ ਨਹੀਂ ਹੁੰਦਾ, ਤੇ ਜੇ ਕੋਈ ਉਠਾ ਦੇਵੇ ਤਾਂ ਉਸ ਨੂੰ ਸਾਬਤ ਕਰਨਾ ਪੈਂਦਾ। ਸੋ ਜੇ ਬਾਬਾ ਦੀਪ ਸਿੰਘ ਜੀ ਵਾਲੀ ਗੱਲ ਆਖਦੇ ਹੋ ਤਾਂ ਭਾਈ ਮਨੀ ਸਿੰਘ ਜੀ ਵਿੱਚ ਵੀ ਸ਼ਕਤੀ ਨਹੀਂ ਸੀ। ਭਗਤੀ ਤਾਂ ਫਿਰ ਉਹਨਾਂ ਨੇ ਵੀ ਬਥੇਰੀ ਕੀਤੀ ਸੀ। ਸੋ ਐਸੀ ਗੱਲ ਨਹੀਂ ਕਿ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ ਜਾਂ ਬੇਅੰਤ ਗੁਰਮੁਖ ਜਿਨ੍ਹਾਂ ਦੇ ਅੰਦਰ ਸ਼ਕਤੀ ਹੁੰਦੀ ਹੈ। ਅਸਲ ਵਿੱਚ ਉਹ ਸ਼ਕਤੀ ਕੀ ਹੈ? ਉਹ ਹੈ ਸੱਚ। ਸੱਚ ਤੇ ਖੜ ਜਾਣਾ। ਸੱਚ ਸੰਸਾਰੀ ਹੀ ਨਹੀਂ, ਸਗੋਂ ਨਿਰਾਕਾਰੀ ਸੱਚ ਉਹਨਾਂ ਦੇ ਨਾਲ ਸੀ, ਹੁਕਮ ਸੀ। ਇਹਨਾਂ ਵੱਲ ਤਾਂ ਲਲਕਾਰੇ ਮਾਰਦੇ ਹੀ ਸੀ ਤੇ ਮਾਰਦੇ ਹੀ ਹਨ। ਸੋ ਜਿਹੜਾ ਗੁਰਮੁਖ ਹੈ ਉਹ ਸ਼ੇਰ ਵਾਂਗੂ ਗੱਜਦਾ। ਜੇ ਚੁੱਪ ਕਰ ਜਾਵੇ ਤਾਂ ਸ਼ੱਕ ਪੈ ਜਾਂਦੀ ਹੈ ਕਿ ਇਹਦੇ ਵਿੱਚ ਕੋਈ ਕਮੀ ਹੈ, ਜਿਹੜਾ ਬੋਲਦਾ ਨਹੀਂ। ਸੋ ਬਾਬਾ ਦੀਪ ਸਿੰਘ ਜੀ ਦੇ ਅੰਦਰ ਉਹ ਰੂਹਾਨੀਅਤ ਸ਼ਕਤੀ ਸੀ, ਉਹ ਸੱਚਾਈ ਸੀ। ਉਹਨਾਂ ਦੇ ਹਿਰਦੇ ਦੇ ਅੰਦਰ ਹੁਕਮ ਪ੍ਰਗਟ ਸੀ। ਉਸ ਹੁਕਮ ਦੀ ਸ਼ਕਤੀ ਹੈ ਜਿਹੜੀ, ਤਾਕਤ ਹੈ ਜਿਹੜੀ, ਉਹਦੇ ਸਦਕਾ ਉਹਨਾਂ ਨੇ ਜਿਹੜਾ ਆਪਣਾ ਜੀਵਨ ਹੈ ਇਸ ਸੰਸਾਰ ਦੇ ਅੰਦਰ ਬਤੀਤ ਕੀਤਾ ਹੈ। ਹਰ ਬੇਅੰਤ ਗੁਰਸਿੱਖਾਂ ਨੇ ਕੀਤਾ, ਅੱਜ ਵੀ ਕਰਦੇ ਹੈ, ਪਰ ਜਿਨ੍ਹਾਂ ਦੇ ਅੰਦਰ ਨਿਰਾਕਾਰੀ ਸੱਚ ਹੈ, ਬਾਹਰਲੇ ਸਰੀਰ ਦਾ ਕੋਈ ਸੰਬੰਧ ਨਹੀਂ ਹੁੰਦਾ। ਚਾਹੇ ਉਹ ਸੰਸਾਰੀ ਤੌਰ ਤੇ ਉਮਰ 70-80 ਸਾਲ ਦੀ ਹੈ, ਚਾਹੇ ਉਹ ਸੰਸਾਰੀ ਤੌਰ ਤੇ ਉਮਰ 7-8 ਸਾਲ ਦੀ ਹੈ। ਹੁਣ ਸਾਹਿਬਜ਼ਾਦਿਆਂ ਦੀ ਉਮਰ ਬਹੁਤ ਥੋੜੀ ਸੀ। ਧਰੂੰ ਜੀ, ਭਗਤ ਪ੍ਰਹਲਾਦ ਜੀ ਦੀ ਉਮਰ ਬਹੁਤ ਥੋੜੀ ਸੀ। ਗੱਲ ਨਿਰਾਕਾਰੀ ਸੱਚ ਦੀ ਹੈ। ਜਦੋਂ ਹਿਰਦੇ ਚੋਂ ਪ੍ਰਗਟ ਹੋ ਗਿਆ, 8ਵੇਂ ਪਾਤਸ਼ਾਹ ਦੀ ਉਮਰ ਬਹੁਤ ਥੋੜੀ ਸੀ, ਸੰਸਾਰੀ ਜੋ ਸਰੀਰ ਕਰਕੇ, ਪਰ ਨਿਰਾਕਾਰੀ ਤੌਰ ਤੇ ਉਹ ਸੱਚ ਸਰੂਪ ਸਨ। ਸੋ ਇਹ ਸ਼ਕਤੀ ਹੈ ਕਿ ਸੱਚ ਬੋਲਣਾ। ਆਖਣ ਔਖਾ, ਸੱਚ ਆਨਾਓ। ਸੱਚ ਬੋਲਣਾ ਹੀ ਸਭ ਤੋਂ ਵੱਡੀ ਸ਼ਕਤੀ ਹੈ। ਉਹ ਵੀ ਨਿਰਾਕਾਰੀ ਸੱਚ ਬੋਲ ਦੇਣਾ। ਸੰਸਾਰੀ ਸੱਚ ਦਾ ਤਕਰੀਬਨ ਕਾਫੀ ਬੰਦੇ ਬੋਲ ਵੀ ਦਿੰਦੇ ਆ, ਪਰ ਉਹ ਸੰਸਾਰੀ ਸੱਚ ਵੀ ਕਿਸੇ ਲਈ ਝੂਠ ਹੈ,
ਕਿਤੇ ਨਾ ਕਿਤੇ ਜਾ ਕੇ ਉਹ ਝੂਠ ਹੈ, ਪਰ ਜਿਹੜਾ ਨਿਰਾਕਾਰੀ ਸੱਚ ਹੈ ਉਹਨੂੰ ਕੋਈ ਰੱਦ ਨਹੀਂ ਕਰ ਸਕਦਾ। ਸੋ ਪਰਮੇਸ਼ਰ ਹੈ ਜਿਹੜਾ ਅਕਾਲ ਪੁਰਖ ਹੈ, ਉਹ ਸਰਵ ਸ਼ਕਤੀਮਾਨ ਹੈ, ਉਸ ਦੇ ਹੁਕਮ ਵਿੱਚ ਚੱਲਣਾ ਹੀ ਭਗਤੀ ਹੈ। ਭਗਤ ਕਿਵੇਂ ਭਾਣੇ ਦਾ ਵਿਰੋਧ ਕਰ ਸਕਦਾ ਹੈ? ਕੋਈ ਵੀ ਭਗਤ ਭਾਣੇ ਦਾ ਵਿਰੋਧ ਨਹੀਂ ਕਰਦਾ। ਕਿਵੇਂ ਉਹ ਸ਼ਕਤੀ ਦਿਖਾਊ? ਕਿਉਂਕਿ ਸ਼ਕਤੀ ਤਾਂ ਹੁਕਮ ਦੀ ਹੈ। ਭਗਤ ਤਾਂ ਨਿਮਾਣੇ ਹੁੰਦੇ ਆ, ਉਹ ਤਾਂ ਦਾਸ ਹੁੰਦੇ ਆ। ਸ਼ਕਤੀ ਨਾਲ ਤਾਂ ਕਿਸੇ ਨੂੰ ਭੈ ਵਿੱਚ ਰੱਖਿਆ ਜਾਂਦਾ ਹੈ, ਤੇ ਭਗਤਾਂ ਨੇ ਭੈ ਮੁਕਤ ਹੋਣ ਲਈ ਆਖਿਆ। ਭੈ ਹੰਕਾਰੀ ਲੋਕ ਪਾਉਂਦੇ ਹਨ, ਕਿਉਂਕਿ ਉਹ ਆਪ ਭੈ ਵਿੱਚ ਹੁੰਦੇ ਆ। ਭਗਤ ਤਾਂ ਭੈ ਤੋਂ ਰਹਿਤ ਹੁੰਦਾ ਹੈ। ਤਾਂ ਹੀ ਭਗਤ ਨੇ ਆਖਿਆ ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆ। ਉਹ ਇੱਥੇ ਕਿਸੇ ਨੂੰ ਵੈਰੀ ਬੇਗਾਨਾ ਨਹੀਂ ਸਮਝਦਾ। ਫਿਰ ਉਹ ਕਿਵੇਂ ਬਦਲਾ ਲਊਗਾ, ਕਿਵੇਂ ਜ਼ੁਲਮ ਕਰੂਗਾ? ਹੁਣ ਯੁੱਧ ਜੰਗ ਤਾਂ ਉਹਨਾਂ ਨੇ ਵੀ ਕੀਤੇ, ਪਾਤਸ਼ਾਹੀਆਂ ਨੇ ਵੀ ਕੀਤੇ, ਪਰ ਉਹਨਾਂ ਦੇ ਜਿਹੜਾ ਹਿਰਦੇ ਦੇ ਅੰਦਰ ਸੱਚਾਈ ਸੀ ਉਹ ਨਿਰਾਕਾਰੀ ਸੀ। ਤਾਂ ਨਹੀਂ ਸੋ ਵੈਰੀ ਕਿਸ ਨੂੰ ਸਮਝਦੇ, ਕਿਉਂਕਿ ਪਿੱਛੇ ਹੁਕਮ ਲੱਗਦਾ ਦਿਸਦਾ। ਜਦੋਂ ਹੁਕਮ ਪ੍ਰਤੱਖ ਪ੍ਰਗਟ ਰੂਪ ਵਿੱਚ ਦਿਸਦਾ ਹੈ, ਫਿਰ ਨਾ ਕੋਈ ਵੈਰੀ ਹੈ, ਨਾ ਕੋਈ ਬੇਗਾਨਾ ਹੈ। ਫਿਰ ਤਾਂ ਹੁਕਮ ਨਾਲ ਦਿਖਦੀ ਹੈ ਸਾਰੀ ਖੇਡ ਵਰਤਦੀ। ਸੋ ਇਹ ਔਖੀ ਖੇਡ ਹੈ, ਪਰ ਜਿਹਨੇ ਸਮਝ ਲਈ ਜੀਵਨ ਸਫਲ ਹੈ। ਸੋ ਭਗਤ ਤਾਂ ਬੁੱਧ ਵੱਲ ਮੰਗਦਾ ਹੈ ਕਿ ਆਪਣੇ ਮਨ ਨੂੰ ਕਾਬੂ ਵਿੱਚ ਰੱਖੇ, ਮਾਇਆ ਦੀਆਂ ਇੱਛਾਵਾਂ ਖਤਮ ਕਰਨ ਵਾਸਤੇ। ਸੋ ਜਦੋਂ ਆਤਮ ਗਿਆਨ ਹੋ ਜਾਂਦਾ, ਉਹੀ ਅਮੁੱਲ ਹੈ। ਸੋ ਤਿੰਨ ਤਰ੍ਹਾਂ ਦਾ ਜ਼ੋਰ ਹੈ ਸੰਸਾਰ ਦੇ ਅੰਦਰ। ਇੱਕ ਧਨ ਦਾ, ਇੱਕ ਬਾਹੂ ਬਲ ਵਾ ਸਰੀਰਕ ਜ਼ੋਰ, ਤੀਜਾ ਹੈਗਾ ਬੁੱਧ ਬਲ। ਇਹ ਸੰਤੋਖ ਤੋਂ ਬਾਅਦ ਆਉਂਦਾ ਹੈ। ਸੰਤੋਖੀ ਤਾਂ ਅਮੁੱਲ ਵਪਾਰ ਕਰਦਾ ਹੈ। ਸੱਚ ਦਾ ਗਿਆਨ ਆਖ ਸਕੇ ਇਹ ਸ਼ਕਤੀ ਨਹੀਂ ਮਨੁੱਖ ਕੋਲ, ਨਾ ਹੀ ਮਨ ਨੂੰ ਚੁੱਪ ਕਰਾਉਣ ਦੀ ਸ਼ਕਤੀ ਹੈ। ਇਸਕਾ ਬਲ ਨਾ ਹੀ ਇਸ ਹਾਥ ਨਹੀਂ ਹੈ ਜੋ। ਸੰਸਾਰੀ ਬੁੱਧੀ ਦੇ ਵੱਸ ਦੀ ਗੱਲ ਨਹੀਂ, ਸੱਚ ਨੂੰ ਆਖ ਕੇ ਪ੍ਰਗਟ ਕਰ ਦਿੰਦੇ। ਪਰਮੇਸ਼ਰ ਦੀ ਸ਼ਕਤੀ ਨਾਲ ਹੀ ਆਖਿਆ ਜਾਂਦਾ ਹੈ। ਸੋ ਜੀਵ ਦਾ ਕੋਈ ਬਲ ਇਸ ਦੇ ਹੱਥ ਵਿੱਚ ਨਹੀਂ, ਇਹ ਨਿਰਭਰ ਹੈ। ਸੋਚਣ ਨੂੰ ਛੱਡ ਕੇ ਮੂੰਹ ਬੰਦ ਹੋ ਜਾਵੇ, ਪਰ ਮਨ ਤਾਂ ਬੋਲਦਾ ਹੀ ਰਹਿੰਦਾ ਨਾ। ਕਿ ਮੂੰਹੋਂ ਬੋਲਣੋਂ ਬੰਦ ਕਰ ਦਿੰਦੇ ਆ, ਪਰ ਮਨ ਤਾਂ ਬੋਲਦਾ ਹੀ ਰਹਿੰਦਾ ਹੈ। ਮੂੰਹੋਂ ਬੋਲਣਾ ਬੰਦ ਨਹੀਂ ਕਰਨਾ, ਮਨ ਨੂੰ ਚੁੱਪ ਕਰਾਉਣਾ। ਜਦੋਂ ਤੱਕ ਤ੍ਰਿਸ਼ਨਾ ਦੀ ਅੱਗ, ਤਾਂ ਇੱਛਾਵਾਂ ਦਾ ਧੂੰਆਂ ਤਾਂ ਫਿਰ ਨਿਕਲਦਾ ਹੀ ਰਹਿਣਾ ਹੈ। ਸੋ ਗਿਆਨ ਅੰਮ੍ਰਿਤ ਮਿਲੇ ਤੇ ਅੱਗ ਬੁਝਦੀ ਹੈ, ਉਹ ਪਰਮੇਸ਼ਰ ਤੋਂ ਮਿਲਦਾ ਹੈ। ਇਹ ਉਹਦੀ ਨਜ਼ਰ ਹੈ, ਨਾਨਕ ਨਜ਼ਰੀ ਪਾਈ ਹੈ। ਸੱਚ ਨੂੰ ਆਖਣ ਦਾ ਵੀ ਜ਼ੋਰ ਨਹੀਂ, ਤੇ ਚੁੱਪ ਕਰਨ ਦਾ ਵੀ ਜ਼ੋਰ ਨਹੀਂ। ਜੇ ਕੋਈ ਆਖੇ ਵੀ ਮੈਂ ਆਪਣੇ ਜ਼ੋਰ ਦੇ ਨਾਲ ਸੱਚ ਬੋਲ ਦੂੰ, ਤਾਂ ਵੀ ਨਹੀਂ ਬੋਲਿਆ ਜਾਂਦਾ। ਜੇ ਕੋਈ ਆਖੇ ਵੀ ਮੈਂ ਆਪਣੇ ਜ਼ੋਰ ਨਾਲ ਸੱਚ ਨੂੰ ਦਬਾ ਦੂੰਗਾ, ਤਾਂ ਵੀ ਨਹੀਂ ਦਬਾਇਆ ਜਾ ਸਕਦਾ। ਬੜੀ ਬਚਿੱਤਰ ਖੇਡ ਹੈ ਪਰਮਾਰਥ ਦੀ। ਤਾਂ ਹੀ ਪਾਤਸ਼ਾਹ ਨੇ ਲਿਖਿਆ, ਆਖਣ ਜ਼ੋਰ ਚੁੱਪੇ ਨਾ ਜ਼ੋਰ। ਜੇ ਕੋਈ ਆਖੇ ਵੀ ਮੈਂ ਆਪਣੇ ਜ਼ੋਰ ਦੇ ਨਾਲ ਸੱਚ ਨੂੰ ਦਬਾ ਦੂੰਗਾ, ਹੋ ਨਹੀਂ ਸਕਦਾ। ਜਾਂ ਕੋਈ ਆਖੇ ਕਿ ਮੈਂ ਆਪਣੇ ਜ਼ੋਰ ਦੇ ਨਾਲ ਸੱਚ ਪ੍ਰਗਟ ਕਰ ਦੂੰਗਾ, ਇਹ ਵੀ ਨਹੀਂ ਹੋ ਸਕਦਾ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਇਹ ਉਹਨਾਂ ਮੱਤਾਂ ਦੀ ਪੋਲ ਖੋਲਦੇ ਆ ਪਾਤਸ਼ਾਹ ਜੋ ਸ਼ਕਤੀਆਂ ਦੀਆਂ ਗੱਲਾਂ ਕਰਦੇ ਹਨ। ਹਾਂ ਤਾਂ ਤੁਸੀਂ ਪਾਤਸ਼ਾਹ ਕਹਿੰਦੇ ਮੰਗਤੇ, ਫਿਰ ਜ਼ੋਰ ਨਾਲ ਕਿਵੇਂ ਮੰਗ ਲਵੋਗੇ? ਉਹ ਵੀ ਸਰਵ ਸ਼ਕਤੀਮਾਨ ਪਰਮੇਸ਼ਰ ਤੋਂ। ਨਾ ਹੀ ਜ਼ੋਰ ਨਾਲ ਦੇਣ ਤੇ ਮਜਬੂਰ ਕਰ ਸਕਦੇ ਹੋ। ਜੇ ਇਸ ਤਰ੍ਹਾਂ ਹੋ ਗਿਆ, ਫਿਰ ਉਹ ਸਰਵ ਸ਼ਕਤੀਮਾਨ ਨਹੀਂ ਰਹੂਗਾ। ਸੋ ਇੱਥੋਂ ਪਤਾ ਲੱਗਦਾ ਕਿ ਸਭ ਝੂਠੇ ਦਾਅਵੇ ਹਨ ਸ਼ਕਤੀ ਵਾਲਿਆਂ ਦੇ। ਮੰਗਤੇ ਦਾ ਜ਼ੋਰ ਨਹੀਂ ਹੁੰਦਾ, ਦੇਣ ਵਾਲੇ ਦੀ ਮਰਜ਼ੀ ਹੈ, ਦਵੇ ਚਾਹੇ ਨਾ ਦਵੇ। ਤਾਂ ਹੀ ਪਾਤਸ਼ਾਹ ਨੇ ਆਖਿਆ ਸੀ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਇਹ ਸਭ ਝੂਠੀਆਂ ਗੱਲਾਂ ਨੇ ਇਹਨਾਂ ਦੀਆਂ ਬਣਾਈਆਂ ਹੋਈਆਂ।
ਗੁਰਮਤਿ ਪ੍ਰਚੰਡ ਗਿਆਨ ਹੈ, ਪਰਮੇਸ਼ਰ ਦੀ ਮੱਤ ਹੈ। ਮੰਗਤੇ ਨੂੰ ਅਬਰਾਸ਼ੀ ਰਾਜ ਦਿਵਾਉਂਦੀ ਹੈ, ਉਸ ਤੋਂ ਥੱਲੇ ਕੁਝ ਨਹੀਂ ਦਿਵਾਉਂਦੀ, ਕਿਉਂਕਿ ਬਾਕੀ ਤਾਂ ਸਭ ਮਾਇਆ। ਜੋਰ ਨਾ ਮੰਗਣ ਦੇਣ ਨਾ ਜੋ, ਕਿੱਡੀ ਵੱਡੀ ਗੱਲ ਆਖੀ ਕਿ ਜੇ ਕੋਈ ਆਪਣੇ ਜ਼ੋਰ ਦੇ ਨਾਲ, ਆਪਣੀ ਸਿਆਣਪ ਦੇ ਨਾਲ, ਆਪਣੇ ਜਪ ਤਪ ਕਰਕੇ ਕਹੇ ਕਿ ਮੈਂ ਰੱਬ ਤੋਂ ਕੁਝ ਪ੍ਰਾਪਤ ਕਰ ਲੂੰ, ਤਾਂ ਵੀ ਨਹੀਂ ਹੋ ਸਕਦਾ। ਦੇਣ ਨਾ ਜ਼ੋਰ, ਕਿਸੇ ਵਿੱਚ ਐਡੀ ਤਾਕਤ ਵੀ ਨਹੀਂ ਹੈ ਕਿ ਮੈਂ ਕਿਸੇ ਨੂੰ ਕੁਝ ਦੇ ਦੂੰਗਾ। ਸੰਸਾਰੀ ਪਦਾਰਥ ਵੀ ਅਸੀਂ ਆਪਣੇ ਜ਼ੋਰ ਨਾਲ ਕਿਸੇ ਨੂੰ ਨਹੀਂ ਦੇ ਸਕਦੇ, ਇਹ ਵੀ ਪਰਮੇਸ਼ਰ ਦੇ ਪ੍ਰੇਰੇ ਹੀ ਦਿੱਤੇ ਜਾਂਦੇ ਆ। ਆਪਣੀ ਤਾਕਤ ਨਾਲ ਅਸੀਂ ਕੁਝ ਨਹੀਂ ਕਰ ਸਕਦੇ। ਪਾਤਸ਼ਾਹ ਦਾ ਕਹਿੰਦੇ ਆ, ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਕਹਿੰਦੇ ਕਰਕੇ ਵੇਖ ਲੈ, ਫਿਰ ਹੁੰਦਾ ਵੀ ਕੁਛ ਨਹੀਂ ਹੈ। ਸੋ ਵੱਡੇ ਵੱਡੇ ਦਾਅਵੇ ਕਰਨ ਵਾਲੇ ਇਸ ਸੰਸਾਰ ਦੇ ਵਿੱਚ ਹੋਏ ਨੇ, ਪਰ ਸਭ ਝੂਠੇ ਸਾਬਤ ਹੋ ਗਏ ਸੱਚੇ ਦੀ ਦਰਗਾਹ ਦੇ ਅੰਦਰ। ਹੇ ਮੇਰੇ ਮਨਾ, ਤੇਰੇ ਤੇ ਇਹ ਸਮਝੌਤੀ ਹੈ ਕਿ ਤੂੰ ਕੋਈ ਦਾਅਵਾ ਨਹੀਂ ਕਰਨਾ, ਉਹਦੀ ਰਜ਼ਾ ਦੇ ਵਿੱਚ ਰਹਿਣਾ, ਜਿਵੇਂ ਉਹਦਾ ਭਾਣਾ ਵਰਤਦਾ ਬਸ ਉਸੇ ਤਰ੍ਹਾਂ ਚੱਲ। ਹੁਣ ਉਸ ਤੋਂ ਅਗਲਾ ਬਚਨ ਵੀ ਬੜਾ ਬਾ ਕਮਾਲ ਹੈ, ਜੋਰ ਨਾ ਜੀਵਨ ਮਰਨ ਨਹਿ ਜੋਰ। ਜੇ ਕੋਈ ਕਹੇ ਕਿ ਮੈਂ ਆਪਣੀ ਸ਼ਕਤੀ ਨਾਲ ਜ਼ਿਆਦਾ ਦੇਰ ਤੱਕ ਜਿਉਂਦਾ ਰਹਿ ਸਕਦਾ ਜਾਂ ਮਰ ਸਕਦਾ, ਜਿਵੇਂ ਆਮ ਕਹਿ ਦਿੰਦੇ ਆ ਵੀ ਉਹਨੇ ਆਤਮ ਹੱਤਿਆ ਕਰ ਲਈ, ਕੋਈ ਆਤਮ ਹੱਤਿਆ ਨਹੀਂ। ਸਰੀਰ ਨੂੰ ਖਤਮ ਕਰ ਦੇਣਾ ਆਤਮ ਹੱਤਿਆ ਨਹੀਂ ਹੈ। ਆਤਮ ਘਾਤੀ ਜਗਤ ਕਸਾਈ, ਆਤਮ ਹੱਤਿਆ ਹੁੰਦੀ ਆ ਹੁਕਮ ਦਾ ਵਿਰੋਧ ਕਰਨਾ, ਉਹ ਸਾਰੀ ਕਰਦੇ ਆ। ਜਦੋਂ ਅਸੀਂ ਪਰਮੇਸ਼ਰ ਦੇ ਹੁਕਮ ਨੂੰ ਰੱਦ ਕਰਨ ਦੀ ਇੱਛਾ ਰੱਖਦੇ ਹਾਂ ਤਾਂ ਸਮਝ ਲਓ ਆਤਮ ਘਾਤ ਹੋ ਗਿਆ। ਸਰੀਰ ਨੂੰ ਛੱਡਣਾ, ਸਰੀਰ ਨੂੰ ਧਾਰਨ ਕਰਨਾ ਸਾਡੀ ਮਰਜ਼ੀ ਨਹੀਂ ਹੈ। ਤਾਂ ਪਾਤਸ਼ਾਹ ਨੇ ਇੱਥੇ ਲਿਖਿਆ ਜੋਰ ਨਾ ਜੀਵਨ, ਵੀ ਜੇ ਕੋਈ ਸਰੀਰ ਕਰਕੇ ਜਿਉਣਾ ਚਾਹੁੰਦਾ ਹੋਵੇ, ਸਿੱਧੇ ਚਾਹੁੰਦੇ ਸੀ, ਸਿੱਧਾ ਨੇ ਬੜਾ ਜ਼ੋਰ ਲਾਇਆ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਨਹੀਂ ਰਹਿ ਸਕਦਾ। ਬਥੇਰਿਆਂ ਨੇ ਸਰੀਰ ਛੱਡਣ ਲਈ ਜ਼ੋਰ ਲਾਇਆ, ਪਰ ਜਿੰਨਾ ਚਿਰ ਉੱਧਰੋਂ ਹੁਕਮ ਨਹੀਂ ਸੀ ਉਹਨਾਂ ਚਿਰ ਸਰੀਰ ਵੀ ਨਹੀਂ ਛੱਡਿਆ ਜਾਂਦਾ, ਜਿੰਨਾ ਚਿਰ ਉੱਧਰੋਂ ਹੁਕਮ ਨਹੀਂ ਹੁੰਦਾ ਉਹਨਾਂ ਚਿਰ ਸਰੀਰ ਮਿਲਦਾ ਵੀ ਨਹੀਂ ਹੈ। ਇਹ ਸੰਭਵ ਨਹੀਂ ਹੈ ਕਿ ਜੰਮਣਾ ਮਰਨਾ ਜੀਵ ਦੇ ਹੱਥ 'ਚ ਹੈ, ਇਹ ਸਭ ਹੁਕਮ ਦੇ ਹੈ। ਹੁਕਮ ਸਭ ਤੋਂ ਵੱਧ ਤਾਕਤਵਰ ਹੈ। ਭਗਤੀ ਕਰਕੇ ਕੋਈ ਐਸੀ ਸ਼ਕਤੀ ਨਹੀਂ ਮਿਲਦੀ ਕਿ ਉਮਰ ਵੱਧ ਸਕੇ ਜਾਂ ਘਟ ਸਕੇ, ਪਰ ਇੰਨਾ ਕੁਝ ਗੁਰਬਾਣੀ ਦੇ ਕਹਿਣ ਪਿੱਛੋਂ ਵੀ ਸਾਡੇ ਧਰਮਕ ਆਗੂ ਇਹੋ ਜਿਹੀਆਂ ਕਥਾ ਕਹਾਣੀਆਂ ਆਮ ਸੁਣਾਉਂਦੇ ਵੇਖੇ ਜਾਂਦੇ। ਇਹ ਆਮ ਹੀ ਗੱਲਾਂ ਚੱਲਦੀਆਂ ਨੇ, ਪ੍ਰਚਲਿਤ ਨੇ, ਪਰ ਗੁਰਬਾਣੀ ਕੁਛ ਹੋਰ ਕਹਿੰਦੀ। ਕਈ ਵਾਰ ਸਾਨੂੰ ਕਈ ਗੁਰਬਾਣੀ ਦੇ ਬਚਨਾਂ ਤੋਂ ਭੁਲੇਖਾ ਵੀ ਲੱਗ ਜਾਂਦਾ ਹੈ, ਕਿਉਂਕਿ ਅਸੀਂ ਬਾਹਰਲੇ ਸਰੀਰ ਨੂੰ ਹੀ ਜੰਮਣਾ ਮੰਨਦੇ ਹਾਂ, ਬਾਹਰਲੇ ਸਰੀਰ ਨੂੰ ਹੀ ਮਰਨਾ ਮੰਨਦੇ ਹਾਂ। ਇਹ ਸੰਸਾਰੀ ਧਾਰਮਿਕ ਲੋਕਾਂ ਦੀ ਰੀਤ ਹੈ। ਪਰ ਜਿਹੜੇ ਨਿਰਾਕਾਰੀ ਧਾਰਮਿਕ ਲੋਕ ਨੇ, ਜੋ ਪ੍ਰਵਾਨਿਤ ਦਰਗਾਹ ਤੋਂ ਨੇ, ਜਿਨ੍ਹਾਂ ਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੈ, ਉਹਨਾਂ ਨੂੰ ਤਾਂ ਸਾਰਾ ਪਤਾ। ਉਹ ਤਾਂ ਕਹਿੰਦੇ ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ। ਉਹ ਤਾਂ ਕਹਿੰਦੇ ਕੌਣ ਮੂਆ ਰੇ ਕੌਣ ਮੂਆ, ਕੌਣ ਮਰਿਆ ਦੱਸੋ। ਉਹ ਕੁਛ ਹੋਰ ਕਹਿੰਦੇ, ਪਰ ਪ੍ਰਚਲਿਤ ਕੁਛ ਹੋਰ ਹੋ ਜਾਂਦਾ ਹੈ, ਕਿਉਂਕਿ ਉਹਨਾਂ ਵਾਲੀ ਗੱਲ ਸਮਝ ਨਹੀਂ ਆਉਂਦੀ। ਫਿਰ ਸੰਸਾਰ ਦੇ ਵਿੱਚ ਆਪਣੀ ਪੈਂਠ ਬਣਾਉਣੀ ਹੁੰਦੀ ਹੈ, ਉਹਦੇ ਲਈ ਕੋਈ ਨਾ ਕੋਈ ਗੱਲ ਬਦਲਵੀਂ ਕਰ ਦਿੰਦੇ ਆ, ਜਿਹਦੇ ਨਾਲ ਲੋਕਾਂ 'ਚ ਭੱਲ ਬਣ ਜਾਂਦੀ। ਫਿਰ ਕਈ ਵਾਰ ਐਸੇ ਪੁਰਖਾਂ ਦਾ ਨਾਂ ਲਿਆ ਜਾਂਦਾ, ਜਾਂ ਪਾਤਸ਼ਾਹੀਆਂ ਦਾ ਲੈਤਾ, ਜਾਂ ਭਗਤ ਸਾਹਿਬਾਨਾਂ ਦਾ ਲੈਤਾ, ਤੇ ਬੰਦਾ ਫਿਰ ਚੁੱਪ ਕਰ ਜਾਂਦਾ ਹੈ, ਚਲੋ ਛੱਡੋ, ਆਪਾਂ ਨੇ ਕਾਹਨੂੰ ਬੋਲਣਾ। ਪਰ ਪਾਤਸ਼ਾਹੀਆਂ বা ਭਗਤ ਸਾਹਿਬਾਨਾਂ ਦੀ ਗੁਰਬਾਣੀ ਪਈ, ਉਹਦੇ ਵਿੱਚ ਤਾਂ ਕਿਤੇ ਨਹੀਂ ਲਿਖਿਆ ਹੁੰਦਾ। ਫਿਰ ਇੱਕ ਬੜੇ ਵੱਡਾ ਸਵਾਲ ਖੜਾ ਕਰ ਦਿੰਦੇ, ਦੇਖੋ ਜੀ ਗੁਰਬਾਣੀ 'ਚ ਲਿਖਿਆ ਹੋਇਆ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਕਿ ਜੇ ਪਰਮੇਸ਼ਰ ਨੂੰ ਭਾਉਂਦਾ ਹੋਵੇ ਤਾਂ ਬਿਨਾਂ ਸਾਹ ਤੋਂ ਵੀ ਜਿਉਂਦਾ ਰੱਖ ਸਕਦਾ।
ਫਿਰ ਜੇ ਪੁੱਛੇ ਵੀ ਕੋਈ ਸੰਸਾਰ 'ਚ ਐਸਾ ਵਿਅਕਤੀ ਹੋਇਆ, ਫਿਰ ਸਭ ਚੁੱਪ ਨੇ। ਜੇ ਬਿਨਾਂ ਸਵਾਸ ਤੋਂ ਉਹ ਜਿਉਂਦਾ ਰੱਖ ਸਕਦਾ, ਫਿਰ ਸੰਸਾਰ 'ਚ ਤਾਂ ਪਾਤਸ਼ਾਹੀਆਂ ਰਹਿ ਜਾਂਦੀਆਂ। ਕੀ ਪਾਤਸ਼ਾਹ ਪਰਮੇਸ਼ਰ ਨੂੰ ਭਾਉਂਦੇ ਨਹੀਂ ਸੀ? ਕੀ ਭਗਤ ਸਾਹਿਬਾਨ ਪਰਮੇਸ਼ਰ ਨੂੰ ਭਾਉਂਦੇ ਨਹੀਂ ਸੀ? 8ਵੇਂ ਪਾਤਸ਼ਾਹ ਦੀ ਤਾਂ ਉਮਰ ਹੀ ਬਹੁਤ ਥੋੜੀ ਸੀ। ਸੰਸਾਰੀ ਸਾਹਿਬਜ਼ਾਦੇ ਕੀ ਉਹਨੂੰ ਭਾਉਂਦੇ ਨਹੀਂ ਸੀ? ਕੀ ਉਹਦੀ ਰਜਾ 'ਚ ਨਹੀਂ ਸੀ? ਬੜੇ ਸਵਾਲ ਖੜੇ ਹੋ ਜਾਣਗੇ। ਫਿਰ ਸਾਡੇ ਕੋਲ ਤਾਂ ਇੱਕੋ ਹੀ ਗੱਲ ਹੁੰਦੀ ਹੈ ਜੀ, ਤਾਂ ਨਿੰਦਿਆ ਕਰਦੇ ਆ, ਇਹ ਸਵਾਲ ਉਠਾਲਦੇ, ਇਹ ਤਰਕਾਂ ਕਰਦੇ ਆ। ਉਹ ਭਾਈ, ਇਹ ਤਰਕ ਨਹੀਂ ਹੈ। ਤਰਕ ਉਦੋਂ ਹੁੰਦੀ ਹੈ ਜਦੋਂ ਕੋਈ ਚੀਜ਼ ਦੀ ਕੱਚ ਹੈ। ਜਿੱਥੇ ਸੱਚ ਹੁੰਦਾ ਉੱਥੇ ਤਰਕ ਨਹੀਂ ਹੋ ਸਕਦੀ। ਕਰਕੇ ਦਿਖਾਓ ਤਰਕ ਤੁਸੀਂ ਗੁਰਬਾਣੀ ਤੇ। ਕਰਕੇ ਦਿਖਾਓ ਤਰਕ ਕਿਸੇ ਗੁਰਮੁਖ ਤੇ ਜਿਹਦੇ ਹਿਰਦੇ 'ਚ ਸ਼ਬਦ ਗੁਰੂ ਪ੍ਰਗਟ ਹੈ। ਉਹਨਾਂ ਨੇ ਤਾਂ ਕਿਹਾ ਸੀ ਵੀ ਕਰੋ ਸਵਾਲ। ਪਾਤਸ਼ਾਹੀਆਂ ਨੇ ਤਾਂ ਐਲਾਨ ਕੀਤਾ ਸੀ ਵੀ ਜਿੰਨੇ ਮਰਜ਼ੀ ਸਵਾਲ ਕਰੋ ਤੁਸੀਂ। ਗੁਰਬਾਣੀ ਤਾਂ ਕਹਿੰਦੀ ਰੋਸ ਨਾ ਕੀਜੈ ਉੱਤਰ ਦੀਜੈ, ਜਵਾਬ ਦਿਓ। ਕਹਿੰਦੇ ਰੋਸ ਕਾਹਤੇ ਕਰਦੇ? ਪਰਿਵਾਰ ਤੇ 'ਚ ਰੋਸ ਨਹੀਂ ਕੀਤਾ ਜਾਂਦਾ, ਵਿਚਾਰ ਕੀਤੀ ਜਾਂਦੀ ਹੈ। ਨਹੀਂ ਕਿਸੇ ਚੀਜ਼ ਦਾ ਪਤਾ, ਪੁੱਛ ਲਓ ਇਹ 'ਚ ਕੀ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਫਿਰ ਇਹ ਪੰਕਤੀ ਕਿੱਥੇ ਟੁਕੂਗੀ? ਜਦੋਂ ਜੋਤ ਮਾਤਾ ਦੇ ਗਰਭ ਦੇ ਅੰਦਰ ਹੁੰਦੀ ਹੈ, ਸਰੀਰ ਬਣਾਉਂਦੀ ਹੈ, ਉਦੋਂ ਉਹਨੂੰ ਸਾਹ ਨਹੀਂ ਆਉਂਦਾ। ਉਦੋਂ ਸਵਾਸ ਤੋਂ ਬਿਨਾਂ ਹੁੰਦਾ। ਜਦੋਂ ਮਾਤਾ ਦੇ ਗਰਭ ਚੋਂ ਸਰੀਰ ਧਾਰ ਕੇ ਜੋਤ ਬਾਹਰ ਆ ਜਾਂਦੀ ਹੈ, ਫਿਰ ਇਹਨੂੰ ਬਾਹਰ ਆ ਕੇ ਨਾੜੂਆ ਕੱਟਣ ਤੋਂ ਬਾਅਦ ਸਾਹ ਦੀ ਲੋੜ ਪੈਂਦੀ ਹੈ। ਉਹ ਸਾਹ ਦੇ ਨਾਲ ਹੀ ਇਹਦੇ ਅੰਦਰ ਮਾਇਆ ਦਾ ਸੁਗਿਆਨ ਚਲੇ ਜਾਂਦਾ ਹੈ। ਉਸੇ ਵੇਲੇ ਸ਼ਬਦ ਬਦਲ ਜਾਂਦੇ ਆ। ਜਦੋਂ ਬੱਚਾ ਮਾਤਾ ਦੇ ਗਰਭ ਚੋਂ ਬਾਹਰ ਆਉਂਦਾ, ਨਾੜੂਆ ਕੱਟ ਹੁੰਦਾ, ਬੱਚੇ ਦੇ ਕੰਨ ਦੇ ਅੰਦਰ ਹਵਾ ਰਾਹੀਂ ਪਹਿਲਾ ਹੀ ਸ਼ਬਦ ਜਾਂਦਾ ਕਿ ਆ ਤੇਰਾ ਮਾਂ ਹੈ, ਆ ਤੇਰਾ ਪਿਓ ਹੈ। ਉਸੇ ਵੇਲੇ ਉਸ ਆਤਮਾ ਨੂੰ ਤਕਲੀਫ ਹੁੰਦੀ ਹੈ ਕਿ ਮੇਰੇ ਤਾਂ ਮਾਤਾ ਪਿਤਾ ਹੋਰ ਸੀ। ਉਹਨੂੰ ਅਸਲੀ ਮਾਤਾ ਪਿਤਾ ਦਾ ਪਤਾ ਵੀ ਗੁਰਦੇਵ ਮਾਤਾ, ਗੁਰਦੇਵ ਪਿਤਾ। ਇਹ ਕਹਿੰਦੇ ਵੀ ਆਹ ਮਾਂ, ਆਹ ਪਿਓ ਹੈ। ਸੋ ਮਾਤਾ ਦੇ ਗਰਭ ਦੇ ਵਿੱਚ ਸਵਾਸ ਨਹੀਂ ਆਉਂਦਾ। ਉੱਥੇ ਜੇ ਕਿਤੇ ਇਹਦੇ ਅੰਦਰ ਹਵਾ ਚਲੇ ਜਾਵੇ ਤਾਂ ਮਰ ਜਾਂਦਾ, ਸਰੀਰ ਛੁੱਟ ਜਾਂਦਾ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਇਸੇ ਤਰ੍ਹਾਂ ਹੀ ਜਿਹੜੇ ਗੁਰਮੁਖ ਨੇ ਜਦੋਂ ਮਾਇਆ ਦੇ ਵਿੱਚ ਹੁੰਦੇ ਆ, ਸਰੀਰ ਧਾਰ ਕੇ ਬਾਹਰ ਆ ਜਾਂਦੇ ਆ, ਉਸ ਪ੍ਰਭ ਨੂੰ ਭਾਉਂਦੇ ਰਹਿੰਦੇ ਆ। ਉਹ ਸਾਸ ਤੋਂ ਬਿਨਾਂ ਹੁੰਦੇ ਆ, ਭਾਵ ਕਿ ਉਹ ਹੈ ਸਰੀਰ ਤੋਂ ਪਰੇ ਰਹਿੰਦੇ। ਸਰੀਰ ਸਵਾਸ ਨਾਲ ਚੱਲਦਾ ਰਹਿੰਦਾ, ਪਰ ਉਹਨਾਂ ਦੀ ਆਤਮਾ ਭਾਣੇ 'ਚ ਚੱਲਦੀ ਰਹਿੰਦੀ ਹੈ, ਹੁਕਮ 'ਚ ਚੱਲਦੀ ਰਹਿੰਦੀ ਹੈ। ਇਸੇ ਕਰਕੇ ਉਹਨਾਂ ਨੂੰ ਕੋਈ ਵੀ ਡੁਲਾ ਨਹੀਂ ਸਕਦਾ। ਤਾਂ ਹੀ ਨਹੀਂ ਕੋਈ ਡੁਲਾ ਸਕਿਆ ਸੀ ਸਾਹਿਬਜ਼ਾਦਿਆਂ ਨੂੰ, ਤਾਂ ਹੀ ਨਹੀਂ ਕੋਈ ਡੁਲਾ ਸਕਿਆ ਬਾਬਾ ਦੀਪ ਸਿੰਘ ਜੀ ਨੂੰ, ਤਾਂ ਹੀ ਭਾਈ ਮਨੀ ਸਿੰਘ ਨੂੰ ਕੋਈ ਡੁਲਾ ਨਹੀਂ ਸਕਿਆ, ਕਿਉਂਕਿ ਉਹ ਆਤਮਾ ਸਰੀਰ ਤੋਂ ਵੱਖ ਰਹਿੰਦੀ ਹੈ। ਮੈਂ ਅੱਗੇ ਵੀ ਕਈ ਵਾਰੀ ਉਦਾਹਰਨਾਂ ਦਿੱਤੀ ਹੈ ਵੀ ਜੇ ਕਿਸੇ ਦਾ ਕੱਪੜਾ ਸਾੜ ਦੋਗੇ ਤੁਸੀਂ ਤਾਂ ਉਸ ਜੀਵ ਨੂੰ ਕੋਈ ਤਕਲੀਫ ਨਹੀਂ ਹੋਊਗੀ, ਪਰ ਜੇ ਕੋਈ ਕੱਪੜਿਆਂ ਸਣੀ ਸਾੜਿਆ ਜਾਵੇ ਤਾਂ ਤਕਲੀਫ ਹੈ। ਸੋ ਇਹਨਾਂ ਗੁਰਮੁਖਾਂ ਨੇ ਤਾਂ ਸਰੀਰ ਨੂੰ ਕੱਪੜਾ ਸਮਝਿਆ ਸੀ। ਕੀ ਕੱਪੜਾ ਹੈ? ਸਾੜੀ ਜਾਓ, ਵੱਡੀ ਜਾਓ, ਟੁੱਕੀ ਚਲੋ, ਕੋਈ ਫਰਕ ਨਹੀਂ ਪੈਂਦਾ। ਸੋ ਗੁਰਮੁਖਾਂ ਦੀ ਖੇਡ ਹੋਰ ਹੈ, ਸੰਸਾਰੀਆਂ ਦੀ ਖੇਡ ਕੋਈ ਹੋਰ ਹੈ। ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਕਿਸੇ ਦੇ ਹੱਥ 'ਚ ਕੋਈ ਐਸੀ ਤਾਕਤ ਨਹੀਂ, ਕਿਸੇ ਦੀ ਸ਼ਕਤੀ ਨਹੀਂ ਕਿ ਕਿਸੇ ਨੂੰ ਜਿਉਂਦਾ ਕਰ ਦੇਵੇ ਜਾਂ ਕਿਸੇ ਨੂੰ ਕੋਈ ਮਾਰ ਦੇਵੇ। ਸੰਸਾਰੀ ਸਰੀਰ ਵੀ ਕੋਈ ਕਿਸੇ ਦਾ ਛਡਾ ਨਹੀਂ ਸਕਦਾ, ਸੰਸਾਰੀ ਸਰੀਰ ਕੋਈ ਕਿਸੇ ਦਾ ਦਬਾ ਨਹੀਂ ਸਕਦਾ। ਇਹ ਗੱਲ ਨੂੰ ਰੱਦ ਕੀਤਾ ਪਾਤਸ਼ਾਹ ਨੇ ਇੱਥੇ ਕਿ ਜਿਹੜੇ ਕਹਿੰਦੇ ਆ ਫਲਾਣੇ ਦੀ ਬੇਨਤੀ ਕਰਨਾ ਮੁੰਡਾ ਹੋ ਗਿਆ ਜਾਂ ਫਲਾਣਾ ਮਰ ਗਿਆ, ਉਹਨੂੰ ਜਿਉਂਦਾ ਕਰਤਾ, ਗੁਰਬਾਣੀ ਨਹੀਂ ਮੰਨਦੀ। ਹਾਂ, ਇਹ ਗੱਲ ਇੱਕ ਜ਼ਰੂਰ ਹੈ ਇਹਦੇ ਵਿੱਚ ਕਿ ਜਿਹੜਾ ਗੁਰਮੁਖ ਹੁੰਦਾ ਉਹਨੂੰ ਇੰਨੀ ਸੋਝੀ ਹੁੰਦੀ ਹੈ, ਇੰਨਾ ਸੁਗਿਆਨ ਹੁੰਦਾ, ਉਹਨੂੰ ਪਤਾ ਲੱਗ ਜਾਂਦਾ ਉਹਦੀ ਸਵਾਸ ਦੀ ਕਿਰਿਆ ਤੋਂ
ਕਈ ਵੇਰ ਸਵਾਸ ਇੰਨਾ ਧੀਮੀ ਗਤੀ 'ਚ ਚਲਾ ਜਾਂਦਾ, ਡਾਕਟਰਾਂ ਨੂੰ ਵੀ ਨਹੀਂ ਪਤਾ ਲੱਗਦਾ, ਕਿਉਂਕਿ ਡਾਕਟਰਾਂ ਕੋਲ ਤਾਂ ਇੰਸਟਰੂਮੈਂਟ ਨੇ। ਉਹ ਕਈ ਵੇਰ ਮੁਰਦਾ ਡਿਕਲੇਅਰ ਕਰ ਦਿੰਦੇ ਆ ਵੀ ਇਹਦਾ ਸਰੀਰ ਡੈੱਡ ਹੋ ਗਿਆ। ਪਰ ਕੁਝ ਸਮੇਂ ਬਾਅਦ ਉਹਦੀ ਹਾਰਟ ਬੀਟ ਫਿਰ ਫਾਸਟ ਹੋ ਜਾਂਦੀ ਹੈ। ਜਿਵੇਂ ਬੱਚਾ ਮਾਤਾ ਦੇ ਗਰਭ ਦੇ ਵਿੱਚ ਜਦੋਂ ਸ਼ੁਰੂਆਤ ਹੁੰਦਾ, ਉਦੋਂ ਵੀ ਉਹਦੀ ਮਹੀਨਾ ਡੇਢ ਮਹੀਨਾ ਹਾਰਟ ਬੀਟ ਨਹੀਂ ਸੁਣਦੀ। ਇਸੇ ਕਰਕੇ 9 ਮਹੀਨੇ ਮੰਨਦੇ ਆ, ਗੁਰਬਾਣੀ 10 ਮਹੀਨੇ ਮੰਨਦੀ ਹੈ। ਉੱਥੋਂ ਤੱਕ ਉਹ ਆਪਣੀ ਸੁਰਤ ਨੂੰ ਲੈ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਵੀ ਇਹਦੀ ਸੁਰਤ ਬਹੁਤ, ਸਵਾਸ ਬਹੁਤ ਡਾਊਨ ਹੈ। ਹੌਲੀ ਬਾਅਦ ਉਹ ਥੋੜ੍ਹਾ ਜਿਹਾ ਸਹੀ ਹੋ ਜਾਂਦਾ, ਉਹ ਜਿਉਂਦਾ ਹੋ ਜਾਂਦਾ। ਇਸ ਗੱਲ ਨੂੰ ਇਹ ਪ੍ਰਚਲਿਤ ਕਰ ਲੈਂਦੇ। ਕਈ ਕਹਿ ਦਿੰਦੇ ਆ, ਸੁਣੀਆਂ ਨੇ ਗੱਲਾਂ ਬੜੀਆਂ ਵੀ ਜੀ ਉਹ ਬੰਦਾ ਮਰ ਗਿਆ ਸੀ, ਉਹਨੂੰ ਚਿਖਾ ਤੇ ਪਾ ਲਿਆ, ਉਹ ਫਿਰ ਜਿਉਂਦਾ ਹੋ ਗਿਆ। ਉਹ ਸਾਰੀਆਂ ਕਿਰਿਆਵਾਂ ਇਹੀ ਹੁੰਦੀਆਂ ਨੇ, ਕੋਈ ਐਸੀ ਸ਼ਕਤੀ ਨਾਲ ਨਹੀਂ ਕਰਦਾ। ਜੇ ਇਸ ਤਰ੍ਹਾਂ ਦੀ ਸ਼ਕਤੀ ਕਿਸੇ ਕੋਲ ਕੋਈ ਹੁੰਦੀ ਤਾਂ ਫਿਰ ਪਾਤਸ਼ਾਹੀਆਂ ਹੀ ਨਾ ਕਿਸੇ ਸਿੱਖ ਨੂੰ ਮਰਨ ਦਿੰਦੇ। ਫਿਰ ਤਾਂ ਭੱਗ ਸਾਹਿਬ ਵੀ ਨਹੀਂ, ਫਿਰ ਤਾਂ ਕੋਈ ਵੀ ਇੱਕ ਜਣਾ ਕਿਸੇ ਨੂੰ ਵੀ ਨਾ ਮਰਨ ਦੇਵੇ। ਉਹ ਤਾਂ ਫਿਰ ਸੰਸਾਰ ਨੂੰ ਤਾਂ ਫਿਰ ਉਵੇਂ ਰੱਖ ਸਕਦਾ, ਕਿਉਂਕਿ ਉਹਦੇ ਕੋਲ ਸ਼ਕਤੀ ਹੈ। ਉਹ ਮਰੇ ਹੋਏ ਨੂੰ ਜਿਉਂਦਾ ਕਰ ਸਕਦਾ, ਇਹ ਤਾਂ ਸਭ ਨੂੰ ਹੀ ਕਰੂਗਾ। ਫਿਰ ਉਹ ਕਿਉਂ ਨਹੀਂ ਕਰਦਾ? ਜੰਮਣ ਮਰਨ ਕਾ ਭਰਮ ਗਿਆ, ਇੱਕ ਭਰਮ ਹੈ ਤਾਂ ਭਰਮ ਚਲੇ ਜਾਂਦਾ। ਬੜੀ ਵੱਡੀਆਂ ਗੱਲਾਂ ਕਹੀਆਂ ਹੋਈਆਂ ਨੇ ਪਾਤਸ਼ਾਹ ਨੇ ਗੁਰਬਾਣੀ 'ਚ। ਐਂ ਚੈਲੰਜ ਕੀਤੇ ਉਸ ਵੇਲੇ ਜੋਗੀ, ਕਿਉਂਕਿ ਉਸ ਵੇਲੇ ਜੋਗੀ ਸਿੱਧ ਕਹਿੰਦੇ ਸੀ ਵੀ ਅਸੀਂ ਜਿਉਂਦਾ ਕਰ ਦਿੰਦੇ ਹਾਂ। ਪਾਤਸ਼ਾਹ ਕਹਿੰਦੇ ਹੋ ਹੀ ਨਹੀਂ ਸਕਦਾ, ਕਰਕੇ ਦਿਖਾਓ। ਕਿਹਨੂੰ ਜਿਉਂਦਾ ਕਰਦੇ ਹੋ? ਫਿਰ ਕਿੰਨਾ ਕੁ ਚਿਰ? ਤਾਂ ਪਾਤਸ਼ਾਹ ਨੇ ਲਿਆ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਕਿਸੇ ਦੇ ਅੰਦਰ ਐਸੀ ਤਾਕਤ ਨਹੀਂ ਸਿਵਾਏ ਪਰਮੇਸ਼ਰ ਦੇ, ਅਕਾਲ ਪੁਰਖ ਦੇ। ਜਿਹੜਾ ਭਗਤ ਹੁੰਦਾ, ਚਾਹੇ ਪਾਤਸ਼ਾਹ ਸੀ, ਉਹਨਾਂ ਦੇ ਅੰਦਰ ਉਹ ਹੁਕਮ ਪ੍ਰਗਟ ਸੀ, ਪਰ ਉਹ ਹੁਕਮ ਦੇ ਅਨੁਸਾਰ ਹੀ ਚੱਲਦੇ ਆ। ਉਹ ਬਾਹਰ ਕਿਵੇਂ ਚੱਲ ਜਾਣਗੇ ਹੁਕਮ ਤੋਂ? ਜ਼ੋਰ ਨਾ ਰਾਜ ਮਾਲ ਮਨ ਸੋਰ। ਉਸ ਤੋਂ ਦੂਜੀ ਅਟੈਕ ਫਿਰ ਪਾਤਸ਼ਾਹ ਕਰਦੇ ਕਿ ਰਾਜ ਮਾਲ ਵੀ ਹੁਕਮ ਹੀ ਹੈ, ਕੋਈ ਆਪਣੇ ਬਲ ਨਾਲ ਨਹੀਂ ਪ੍ਰਾਪਤ ਕਰ ਸਕਦਾ, ਕੋਈ ਜ਼ੋਰ ਨਹੀਂ ਕਿਸੇ ਦਾ ਅਮੀਰੀ ਗਰੀਬੀ ਵਿੱਚ, ਇਹ ਸਭ ਹੁਕਮ ਦੀ ਉਹ ਖੇਡ ਹੈ। ਰਾਜ ਮਾਲ ਦਾ ਮਨ ਵਿੱਚ ਸ਼ੋਰ ਹੈ, ਸ਼ੋਰ ਦਾ ਸ਼ੋਰ ਹੀ ਰਹਿਣਾ, ਹੁਣ ਕੁਝ ਨਹੀਂ ਬਦਲਣਾ। ਸਭ ਕੁਝ ਹੁਕਮ ਨਾਲ ਹੀ ਮਿਲਦਾ, ਕਿਸੇ ਨੂੰ ਘੱਟ ਜਾਂ ਵੱਧ ਇਹ ਤਾਂ ਉਹ ਜਾਣੇ। ਹਾਂ, ਕਰਦਾ ਭਲਾ ਹੀ ਹੈ, ਬਾਕੀ ਮਨ ਜਾਣੇ ਕਿ ਮੇਰਾ ਭਲਾ ਕਿਸ ਕੰਮ ਵਿੱਚ ਹੈ, ਕਿਸ ਵਿੱਚ ਨਹੀਂ। ਇਹ ਸਭ ਰਮਜਾਂ ਹਨ, ਇਹ ਬੁੱਝਣੀਆਂ ਪੈਂਦੀਆਂ ਹਨ, ਤਾਂ ਹੀ ਪਤਾ ਚੱਲੂ। ਨਹੀਂ ਤਾਂ ਭਰਮ ਹੀ ਬਣਿਆ ਰਹੂ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਇਹ ਤਾਂ ਕੋਈ ਸਮਝ ਨਹੀਂ ਲੱਗਣੀ ਗੱਲ ਵਿੱਚੋਂ ਕੀ ਹੈ। ਤਾਂ ਪਾਤਸ਼ਾਹ ਨੇ ਆਖਿਆ, ਜ਼ੋਰ ਨਾ ਰਾਜ ਮਾਲ ਮਨ ਸੋਰ। ਕਿਸੇ ਦੇ ਅੰਦਰ ਐਸਾ ਕੋਈ ਜ਼ੋਰ ਨਹੀਂ ਹੈ ਕਿ ਕੋਈ ਰਾਜ ਪ੍ਰਾਪਤ ਕਰ ਲਵੇ। ਜਿਹੜਾ ਸੰਸਾਰੀ ਰਾਜ ਹੈ, ਇਹ ਵੀ ਕਿਸੇ ਦੇ ਅੰਦਰ ਤਾਕਤ ਨਹੀਂ। ਉਹ ਤਾਂ ਕਹਿੰਦੇ ਨਾ ਵੀ ਤਲਵਾਰ ਦੇ ਜ਼ੋਰ ਤੇ ਰਾਜ ਲੈ ਲਿਆ। ਜੇ ਤਲਵਾਰ ਦੇ ਜ਼ੋਰ ਤੇ ਰਾਜ ਲਿਆ ਤੇ ਫਿਰ ਰਾਜ ਖੁਸਕਾ ਤੇ ਗਿਆ। ਫਿਰ ਕਿਹੜਾ ਤਲਵਾਰ ਨਹੀਂ ਸੀ ਕੋਲ, ਫਿਰ ਕਿਹੜਾ ਬੰਦੇ ਨਹੀਂ ਸੀ ਕੋਲ। ਵੱਡੇ ਵੱਡੇ ਰਾਜਿਆਂ ਨੇ ਯੁੱਧ ਜੰਗ ਕਰਕੇ ਰਾਜ ਸਤਾ ਕਾਇਮ ਕੀਤੀ, ਫਿਰ ਕੋਈ ਹੋਰ ਰਾਜ ਲੈ ਗਿਆ, ਫਿਰ ਕਿਉਂ ਖੋਇਆ ਗਿਆ? ਜ਼ੋਰ ਨਾ ਰਾਜ। ਔਰ ਕਿਸੇ ਦੇ ਅੰਦਰ ਐਸਾ ਕੋਈ ਜ਼ੋਰ ਨਹੀਂ ਹੈ ਕਿ ਉਹ ਰਾਜ ਕਰਕੇ ਵੀ ਸਾਰੇ ਸੰਸਾਰ ਦੇ ਉੱਪਰ ਆਪਣੀ ਪੈਂਠ ਜਮਾ ਦੇਵੇ, ਕਿ ਸਾਰੇ ਉਹਦੇ ਹੱਕ 'ਚ ਖੜ ਜਾਣ। ਫਿਰ ਵੀ ਨਹੀਂ ਹੋ ਸਕਦਾ। ਜੇ ਰਾਜੇ ਦੇ ਮੂਹਰੇ ਇੱਕ ਬੰਦਾ ਵੀ ਬੋਲ ਪਵੇ ਤਾਂ ਵੀ ਰਾਜੇ ਦੀ ਬੇਇੱਜ਼ਤੀ ਹੈ। ਫਿਰ ਤੂੰ ਰਾਜਾ ਕਾਹਦਾ ਵੀ? ਤੇਰੀ ਉਹ ਤਾਂ ਗੱਲ ਮੰਨਦਾ ਨਹੀਂ ਹੈ। ਪਰਮੇਸ਼ਰ ਦੇ ਉਲਟ ਕੋਈ ਬੋਲ ਕੇ ਦਿਖਾਓ। ਔਰ ਜਿਹੜੇ ਉਲਟ ਬੋਲਦੇ ਵੀ ਨੇ, ਉਹਨਾਂ ਨੂੰ ਪਰਮੇਸ਼ਰ ਬਾਰੇ ਨਹੀਂ ਪਤਾ ਵੀ ਅਸਲੀ ਕੀ ਗੱਲ ਹੈ। ਜਿਵੇਂ ਕਾਮਰੇਡ ਕਹਿ ਦਿੰਦੇ ਆ ਵੀ, ਕਾਮਰੇਡ ਕਹਿੰਦੇ ਰੱਬ ਨੂੰ ਨਹੀਂ ਮੰਨਦੇ। ਉਹ ਉਸ ਰੱਬ ਨੂੰ ਨਹੀਂ ਮੰਨਦੇ ਜਿਹੜਾ ਲੋਕਾਂ ਨੇ ਬਣਾਇਆ ਹੋਇਆ ਰੱਬ ਹੈ। ਉਹਨਾਂ ਦੀ ਗੱਲਾਂ ਸੁਣੋ, ਕਹਿੰਦੇ ਵੀ ਅਸੀਂ ਉਸ ਰੱਬ ਨੂੰ ਨਹੀਂ ਮੰਨਦੇ ਜਿਹੜਾ ਲੋਕਾਂ ਨੇ ਬਣਾ ਲਿਆ, ਪਰ ਅਸਲੀ ਰੱਬ ਨੂੰ ਅਸੀਂ ਮੰਨਦੇ ਹਾਂ। ਇਹਦਾ ਮਤਲਬ ਅਸਲੀ ਫਿਰ ਕੋਈ ਹੋਰ ਹੈ। ਉਹ ਕਿਸੇ ਦੇ ਬਣਾਏ ਤੇ ਅਟੈਕ ਤਾਂ ਜ਼ਰੂਰ ਕਰ ਦਿੰਦੇ ਆ, ਪਰ ਅਸਲੀਅਤ ਨੂੰ ਉਹ ਵੀ ਨਹੀਂ ਝੁਠਲਾ ਸਕਦੇ। ਸੋ ਰਾਜ, ਜ਼ੋਰ ਨਾ ਰਾਜ
ਮਾਲ, ਜੇ ਕਿਸੇ ਕੋਲ ਮਾਲ ਹੋਵੇ, ਪੈਸਾ ਧਨ ਦੌਲਤ ਹੋਵੇ, ਵੀ ਪੈਸੇ ਦੇ ਸਿਰ ਤੇ ਹੀ ਮੈਂ ਬਹੁਤ ਕੁਝ ਕਰ ਦੂੰਗਾ, ਪਾਤਸ਼ਾਹ ਕਹਿੰਦੇ ਉਹਦੇ ਨਾਲ ਵੀ ਨਹੀਂ ਹੋਣਾ। ਮਨ ਸ਼ੋਰ, ਕਹਿੰਦੇ ਮਨ ਦੇ ਅੰਦਰ ਤਾਂ ਸਿਰਫ ਸ਼ੋਰ ਹੀ ਸ਼ੋਰ ਹੈ, ਚਿੰਤਾ ਹੀ ਚਿੰਤਾ ਹੈ, ਇੱਛਾਵਾਂ ਹੀ ਇੱਛਾਵਾਂ ਨੇ, ਦੁਵਿਧਾ ਹੀ ਦੁਵਿਧਾ, ਹੋਰ ਕੁਛ ਨਹੀਂ ਹੈ। ਸੋ ਪਾਤਸ਼ਾਹ ਦਾ ਇਹਨਾਂ ਬਚਨਾਂ ਦੇ ਵਿੱਚ ਕਹਿਣ ਦਾ ਭਾਵ ਹੈ ਵੀ ਕਿਸੇ ਦੇ ਹੱਥ ਵੱਸ ਕੁਛ ਨਹੀਂ ਹੈ। ਨਾਨਕ ਨਦਰੀ ਪਾਈ ਹੈ, ਬਸ ਇਹ ਤਾਂ ਉਹਦੀ ਨਦਰ ਹੀ ਹੋਵੇ ਤਾਂ ਫਿਰ ਸਾਰਾ ਕੁਛ ਹੀ ਹੈ। ਜੇ ਉਹਦੀ ਨਦਰ ਨਹੀਂ ਹੈ, ਉਹ ਤੋਂ ਬਿਨਾਂ ਜੀਵ ਆਪ ਕੋਈ ਐਫਰਟ ਕਰਦਾ ਹੈ, ਆਪ ਕੋਸ਼ਿਸ਼ ਕਰਦਾ ਹੈ, ਤਾਂ ਉਹਦੇ ਵਿੱਚ ਪਾਤਸ਼ਾਹ ਕਹਿੰਦੇ ਵੀ ਕੂੜੀ ਕੂੜੇ ਠੀਸ ਵਾਲੀ ਉਹ ਗੱਲ ਟੁਕੂਗੀ। ਸੋ ਸਦਾ ਉਹਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ, ਕੋਈ ਦਾਅਵੇ ਨਹੀਂ ਕਰਨੇ ਚਾਹੀਦੇ। ਜਿੰਨਾ ਕੁ ਦਿੱਤਾ ਪਰਮੇਸ਼ਰ ਨੇ ਉਹਦਾ ਸ਼ੁਕਰ ਕਰਨਾ ਚਾਹੀਦਾ ਹੈ, ਉਹਦੀ ਰਜ਼ਾ ਵਿੱਚ ਰਹਿਣਾ ਚਾਹੀਦਾ, ਫਿਰ ਜੀਵਨ ਬਹੁਤ ਸੌਖਾ ਬਤੀਤ ਹੁੰਦਾ। ਨਹੀਂ ਤਾਂ ਇਹ ਮੇਰੇ ਮਨਾਂ ਫਿਰ ਤਕਲੀਫਾਂ ਹੀ ਤਕਲੀਫਾਂ ਨੇ, ਹੋਰ ਤਾਂ ਕੁਛ ਵੀ ਨਹੀਂ ਹੈ। ਸੋ ਇੱਥੋਂ ਤੱਕ ਇਹ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।